ਕਾਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਧੂ ਭਾਰ ਛੰਦ ਤਉ ਪ੍ਰਸਾਦ। ਛੰਦ ਦਾ ਨਾਮ ਹੈ ਮਧੂ ਭਾਰ। ਤਉ ਪ੍ਰਸਾਦ, ਤੇਰੀ ਕਿਰਪਾ ਨਾਲ ਹੇ ਅਕਾਲ ਪੁਰਖ ਮੈਂ ਇਹ ਛੰਦ ਉਚਾਰਨ ਕਰ ਰਿਹਾ। ਗੁਣ ਗਨ ਉਦਾਰ ਮਹਿਮਾ ਅਪਾਰ। ਅਕਾਲ ਪੁਰਖ ਪਰਮਾਤਮਾ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਬੇਅੰਤ ਹੈ ਕਿਉਂਕਿ ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਅਥਾਹ ਗੁਣ ਨੇ ਖੁੱਲੇ ਦਿਲ ਦਾ ਮਾਲਕ ਹੈ। ਤੇ ਉਸ ਗੁਣਾਂ ਦੇ ਮਾਲਕ ਪਰਮਾਤਮਾ ਦੇ ਨਾਲ ਸਾਡੀ ਸਾਂਝ ਕਿਵੇਂ ਬਣੇ, ਮਿਲਾਪ ਕਿਵੇਂ ਹੋਏ ਉਸ ਮਾਲਕ ਦੇ ਨਾਲ। ਰੱਬੀ ਬਾਣੀ ਅੰਦਰ ਇੱਕ ਬਚਨ ਆਉਂਦਾ ਹੈ, ਗੁਰਦੇਵ ਕਿਰਪਾ ਕਰਦੇ ਨੇ, ਸਭ ਅਵਗਣ ਮੈਂ ਗੁਣ ਨਹੀਂ ਕੋਏ, ਕਿਉਂ ਕਰ ਕੰਤ ਮਿਲਾਵਾ ਹੋਏ। ਕਿ ਮੇਰੇ ਅੰਦਰ ਤਾਂ ਜਿੰਨੇ ਵੀ ਔਗਣ ਨੇ ਸਾਰੇ ਸਮਾਏ ਹੋਏ ਨੇ। ਤੇ ਅਕਾਲ ਪੁਰਖ ਪਰਮਾਤਮਾ ਜੀਓ, ਤੁਸੀਂ ਅਥਾਹ ਗੁਣਾਂ ਦੇ ਸਾਗਰ ਹੋ, ਪਰ ਮੇਰੇ ਵਿੱਚ ਇੱਕ ਵੀ ਗੁਣ ਨਹੀਂ, ਤੇ ਗੁਣਾਂ ਤੋਂ ਬਿਨਾਂ ਤੇਰੇ ਨਾਲ ਸਾਂਝ ਨਹੀਂ ਬਣਨੀ। ਤੁਸੀਂ ਕੁਦਰਤੀ ਵੇਖਿਆ ਹੋਵੇਗਾ, ਸਾਡੀ ਸਾਂਝ ਉੱਥੇ ਬਣਦੀ ਹੈ ਜਿੱਥੇ ਸਾਡੀ ਸੋਚ ਸਾਡੀ ਵਿਚਾਰ ਮਿਲਦੀ ਹੋਵੇ। ਜਿੱਥੇ ਸੋਚ ਵਿਚਾਰ ਨਹੀਂ ਮਿਲਦੀ ਨਾ, ਉੱਥੇ ਸਾਡੀ ਸਾਂਝ ਬਣ ਹੀ ਨਹੀਂ ਸਕਦੀ। ਭਾਵੇਂ ਇੱਕੋ ਹੀ ਘਰ ਦੇ ਵਿੱਚ 5 ਮੈਂਬਰ 10 ਮੈਂਬਰ ਵੀ ਰਹਿੰਦੇ ਹੋਣ, ਪਰ ਸਭ ਦੀ ਜੇ ਵਿਚਾਰ ਵੱਖਰੀ ਵੱਖਰੀ ਹੈ ਤੇ ਕੁਦਰਤੀ ਗੱਲ ਹੈ ਉਹਨਾਂ ਦੀ ਸਾਂਝ ਨਹੀਂ ਬਣੇਗੀ। ਸਾਂਝ ਉੱਥੇ ਬਣਦੀ ਜਿੱਥੇ ਇੱਕੋ ਵਿਚਾਰ ਹੋਵੇ। ਤੇ ਇੱਕੋ ਵਿਚਾਰ ਉਹਨਾਂ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਇੱਕ ਦੀ ਗੱਲ ਨਾ ਹੋਵੇ। ਤੇ ਇੱਕ ਦੀ ਗੱਲ ਜਦੋਂ ਚੱਲੇਗੀ ਤੇ ਉਹਦੇ ਗੁਣਾਂ ਦਾ ਜ਼ਿਕਰ ਹੋਵੇਗਾ, ਤੇ ਉਹਦੇ ਗੁਣਾਂ ਰਾਹੀਂ ਹੀ ਆਪਾਂ ਉਸ ਨਾਲ ਸਾਂਝ ਪਾ ਸਕਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਓੰਕਾਰ ਸਭ ਤੋਂ ਪਹਿਲਾਂ ਉਚਾਰਨ ਕੀਤਾ ਬਾਣੀ ਦੇ ਵਿੱਚ। ਹੁਣ ਇੱਕ ਓੰਕਾਰ ਉਚਾਰਨ ਕੀਤਾ ਤੇ ਜਗਿਆਸੂ ਨੇ ਪੁੱਛਿਆ ਵੀ ਤੁਸੀਂ ਤੇ ਕਹਿ ਦਿੱਤਾ ਵੀ ਇੱਕ ਓੰਕਾਰ। ਮਹਾਰਾਜ ਤੋਂ ਪਹਿਲਾਂ ਵੀ ਲੋਕ ਵੱਡੇ ਵੱਡੇ ਦਾਅਵੇ ਕਰਦੇ ਸਨ ਪਰਮਾਤਮਾ ਦੇ ਸੰਬੰਧ ਵਿੱਚ, ਪਰ ਸਿੱਖ ਨੇ ਪੁੱਛਿਆ ਮਹਾਰਾਜ ਤੁਸੀਂ ਇੱਕ ਦੀ ਗੱਲ ਕਰਦੇ ਹੋ ਤੇ ਉਸ ਇੱਕ ਨਾਲ ਮਿਲਾਪ ਕਿਵੇਂ ਹੋਵੇਗਾ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਵੀ ਪਹਿਲਾਂ ਉਹਦੇ ਗੁਣਾਂ ਬਾਰੇ ਜਾਣ, ਪਹਿਲਾਂ ਇਹ ਤਾਂ ਜਾਣ ਵੀ ਉਹ ਹੈ ਕਿਹੋ ਜਿਹਾ। ਜਿੰਨਾ ਚਿਰ ਤੈਨੂੰ ਪਤਾ ਨਹੀਂ ਲੱਗੇਗਾ ਉਹ ਕਿਹੋ ਜਿਹਾ ਹੈ, ਉਹਨਾਂ ਚਿਰ ਤੂੰ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨੇੜੇ ਕਿਵੇਂ ਹੋਵੇਗਾ। ਸਾਨੂੰ ਉਹਨਾਂ ਚਿਰ ਕਿਸੇ ਦੀ ਨੇੜਤਾ ਹਾਸਲ ਨਹੀਂ ਹੁੰਦੀ ਜਿੰਨਾ ਚਿਰ ਉਹਦੇ ਗੁਣਾਂ ਤੋਂ ਅਸੀਂ ਜਾਣੂ ਨਹੀਂ ਹੁੰਦੇ। ਜਦੋਂ ਗੁਣ ਚੰਗੇ ਲੱਗਦੇ ਨੇ, ਉਹਦੀ ਵਿਚਾਰ ਸੋਚ ਚੰਗੀ ਲੱਗਦੀ, ਫਿਰ ਨੇੜਤਾ ਹੋ ਜਾਂਦੀ ਹੈ। ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅਕਾਲ ਪੁਰਖ ਪਰਮਾਤਮਾ ਦੇ ਗੁਣ ਦੱਸੇ ਵੀ ਉਹ ਕਰਤਾ ਪੁਰਖ ਹੈ, ਉਹ ਸਤਿਨਾਮ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਆਪਣੇ ਆਪ ਤੋਂ ਬਣਿਆ, ਉਹ ਅਕਾਲ ਮੂਰਤ ਹੈ। ਇਹ ਸਾਰੇ ਗੁਣ ਦੱਸੇ। ਹੁਣ ਇਹਨਾਂ ਗੁਣਾਂ ਨੂੰ ਜਦੋਂ ਆਪਣੇ ਜੀਵਨ ਵਿੱਚ ਕਮਾਇਆ ਤਾਂ ਸੁਭਾਵਿਕ ਗੱਲ ਹੀ ਰੱਬ ਨਾਲ ਸਾਂਝ ਬਣ ਗਈ ਤੇ ਖੇਡ ਵਰਤ ਗਈ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿ ਰਹੇ ਹਨ, ਅਕਾਲ ਪੁਰਖ ਅਥਾਹ ਗੁਣਾਂ ਦਾ ਸਮੂਹ ਹੈ, ਖੁੱਲੇ ਦਿਲ ਦਾ ਮਾਲਕ ਹੈ, ਮਹਿਮਾ ਅਪਾਰ। ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਆਪਾਂ ਰੋਜ਼ ਹੀ ਬਚਨ ਪੜ੍ਹਦੇ ਹਾਂ ਰਹਿਰਾਸ ਸਾਹਿਬ ਦਾ, ਸੁਣ ਵੱਡਾ ਆਖੈ ਸਭ ਕੋਈ। ਹਰ ਕੋਈ ਬੰਦਾ ਕੇਵਲ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਕਹਿ ਦਿੰਦਾ ਵੀ ਰੱਬ ਬਹੁਤ ਵੱਡਾ ਹੈ, ਉਹ ਤੇ ਬੜਾ ਮਹਾਨ ਹੈ ਜੀ, ਬੜਾ ਵੱਡਾ ਹੈ। ਤੇ ਮਹਾਰਾਜ ਕਹਿਣ ਲੱਗੇ
ये सिर्फ सुनिया सुनाइया गल्लां ते उन्हां दे दावे बंदा करदा है रब बहुत वड्डा है। सुन वड्डा आखै सब कोए, केवड़ वड्डा डिठा होए, किन्ना ओ वड्डा अथा महान है, वो तो वेखे ही पता लगेगा। बाकी सब झूठे दावे ने। वो तो है महान तो है, पर किन्ना महान किन्ना समर्थ वड्डा है, वो जिन्ना चिर ददार नहीं होंदे उन्ना चिर आपां नहीं कह सकते। हुण जिन्हां ने उस बेअंत वड्डे नूं वेखना चाहया, उहदे अंत नूं पाना चाहया, ते वो निकले घरों भी वो अकाल पुरख परमात्मा परमेश्वर दे बारे जाणीए, परमात्मा की खोज करिए। ते वो निकले खोज करन वास्ते। पर महाराज पातशाह जी आखते ने, सुन वड्डा आखै सब कोए, केवड़ वड्डा डिठा होए, कीमत पाए ना कहया जाए, कहने वाले तेरे समाए। वो खोजा करन जिहड़े तुरे सन ना भी रब दा अंत पा लवांगे, रब नूं लभ लवांगे, वो तां खोज करदे करदे आप ही लीन हो गए। उस वड्डे दियां वड्याइयां करदियां 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 उस विच गवाच गए। अखीर फिर उन्होंने भी ये आख्या भी नहीं, वो अकाल पुरख परमात्मा की वड्याई बयान नहीं की जा सकती। आसन अभंग, उनका आसन जिहड़ा है अभंग है, कदी नाश नहीं हुंदा। दुनिया के वड्डे वड्डे आसन जिहड़े हैं नाश हो गए। कहते कहाउंदे राजे महाराजे संसार विच आए ने, चले गए, अज उन्हां दे आसन कित्थे ने। महाराज तो ये आखते ने, जिस आसन ते अज तू बैठा तेरे तो पहला पता नहीं किन्ने को बैठ के चले गए, रहना तू भी नहीं, तेरे तो बाद होर किन्नियां ने इस आसन ते बैठना है। पर रब दा आसन इक्को ही है, वो जुगो जुग अटल है। वो आसन कदी बिणसिया नहीं, ना ही कदी बिणसेगा। धन कलगीधर महाराज जांदे ने, ये भी उहदे विच एक गुण है कि उहदा आसन कदी नाश नहीं हुंदा। उपमा अनंग, उहदी उपमा नहीं बयान की जा सकती, क्योंकि अनंग उहदा कोई अंग नहीं, कोई शरीर नहीं। जिवें साडा शरीर है, कोई अखां की उपमा कर सकता है, कोई कन्नां की उपमा कर सकता है, कोई जुबान की उपमा कर सकता है, कोई बंदे दे मुख की उपमा कर सकता है, पर परमात्मा का कोई शरीर नहीं, कोई अंग नहीं, इस करके उहदी उपमा बयान नहीं की जा सकती। अनभव प्रकाश, परमात्मा का जिहड़ा प्रकाश है, अनभव अपने आप तो है। प्रकाश का अर्थ है इत्थे ज्ञान। अकाल पुरख परमात्मा का जिहड़ा ज्ञान है ना, वो अपने आप तो प्रगट होया, अनुभवी ज्ञान है। वो किसी ज्ञान के आसरे नहीं खलोता। जिवें सानू ज्ञान की लोड़ पैंदी ते असीं गुरु पातशाह जी के चरणों में अरदास करते हैं, महाराज सानू ज्ञान दिओ, ज्ञान का चानण दिओ। पर अकाल पुरख नूं किसी ज्ञान के चानण की लोड़ नहीं। गुरु ग्रंथ साहिब विच भी जिहड़ा ज्ञान है ना, वो सारे का सारा अनुभवी ज्ञान है। वो अपने आप तो प्रकाश होया है। ये ज्ञान जिहड़ा है ना, ये दुनियावी ज्ञान, अध्यात्मक ज्ञान है। जदों बाबे नानक नूं पुछया भी महाराज ये जिहड़ी बाणी है तुहाडी है, ते महाराज कह लगे नहीं, जैसी मैं आवे खसम की बाणी, तैसड़ा करी ज्ञान वे लालू। खसम की बाणी मेरी बाणी नहीं, अकाल पुरख की बाणी है। धन गुरु गुरु अंगद देव महाराज पातशाह जी नूं ये उन्ना चिर बाणी प्रगट नहीं हुई जिन्ना चिर वो गुरु नानक साहब का रूप नहीं हो गए। जिदन रूप हो गए उस दिन ज्ञान का चश्मा फुट गया। 63 श्लोक लिख दिते। उस दिन अंदरों ज्ञान प्रगट हो गया, अपने आप अनुभवी ज्ञान। ऐसा प्रकाश अंदर होया, चानण होया ज्ञान का कि ज्ञान का सुमा फुट गया।
ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਤੀਰਥਾਂ ਤੇ ਪਹਿਲਾਂ ਵੀ ਜਾਂਦੇ ਸਨ, ਪਹਿਲਾਂ ਵੀ ਧਰਮ ਕਮਾ ਰਹੇ ਸਨ, ਪਰ ਜਿੱਦਣ ਗੁਰੂ ਦਾ ਰੂਪ ਹੋ ਗਏ, ਅੰਦਰੋਂ ਇੱਕਮਿਕ ਹੋ ਗਏ ਪਰਮਾਤਮਾ ਦੇ ਨਾਲ, ਫਿਰ ਉਦਣ ਅੰਦਰੋਂ ਗਾਗਰ ਜਿਹੜੀ ਗਿਆਨ ਦੀ ਭਰ ਗਈ ਸੀ। ਪਹਿਲਾਂ ਤੇ ਪਾਣੀ ਦੀ ਗਾਗਰ ਢੋਂਦੇ ਰਹੇ, ਪਰ ਉਸ ਗਾਗਰ ਦੇ ਵਿੱਚ ਸਾਗਰ ਕਦੋਂ ਸਮਾ ਗਿਆ ਉਹਨਾਂ ਨੂੰ ਆਪ ਨਹੀਂ ਪਤਾ ਲੱਗਿਆ। ਉਹ ਫਿਰ ਜਦੋਂ ਗਿਆਨ ਰੂਪੀ ਸਾਗਰ ਪ੍ਰਗਟ ਹੋਇਆ, ਉਹੀ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਪਿਆ, ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਉਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਿਰ ਇਹ ਬਚਨ ਕਰਦੇ ਨੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਜੀਵੜ ਅਵਰ ਨਾ ਕੋਈ। ਬਾਬਾ ਜੇਠਾ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਬਣੇ ਨੇ, ਜਦੋਂ ਉਹ ਵੀ ਅਕਾਲ ਪੁਰਖ ਦਾ ਰੂਪ ਹੋ ਗਏ ਨੇ, ਤੇ ਉਦੋਂ ਉਹਨਾਂ ਦੇ ਅੰਦਰੋਂ ਵੀ ਉਹ ਗਿਆਨ ਦਾ ਚਸ਼ਮਾ ਫੁੱਟਿਆ, ਤੇ ਉਹਨਾਂ ਨੇ ਵੀ ਕਹਿ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਪੁੱਛਿਆ, ਪਾਤਸ਼ਾਹ ਜੀ ਇਹ ਬਾਣੀ ਜਿਹੜੀ ਏ ਤੁਸੀਂ ਬਾਣੀ ਕੇ ਬੋਇਥਾ ਜੇ, ਆ ਬਾਣੀ ਸਾਰੀ ਤੁਹਾਡੀ ਉਚਾਰਨ ਕੀਤੀ ਹੈ, ਤੁਹਾਡੀ ਹੈ? ਕਹਿ ਲਗੇ ਨਹੀਂ, ਹਾਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜਿਵੇਂ ਜਿਵੇਂ ਪਰਮਾਤਮਾ ਨੇ ਮੇਰੇ ਤੋਂ ਬੁਲਵਾਇਆ ਹੈ ਨਾ, ਮੈਂ ਉਵੇਂ ਉਵੇਂ ਬੋਲਿਆ। ਮੈਂ ਉਹਦੇ ਹੁਕਮ ਦੇ ਵਿੱਚ ਇੱਕ ਇੱਕ ਬੋਲ ਜਿਹੜਾ ਉਚਾਰਨ ਕੀਤਾ ਹੈ। ਇਹ ਮੇਰੇ ਬੋਲ ਨਹੀਂ ਹਨ, ਅਕਾਲ ਪੁਰਖ ਦੇ ਬੋਲ ਹਨ, ਪਰਮੇਸ਼ਰ ਦੇ ਬੋਲ ਹਨ। ਧੰਨ ਕਲਗੀਧਰ ਮਹਾਰਾਜ ਨੇ, ਜਿਹੜਾ ਅਕਾਲ ਪੁਰਖ ਹੈ ਉਹਨੂੰ ਕਿਸੇ ਦੇ ਗਿਆਨ ਦੀ ਲੋੜ ਨਹੀਂ, ਕਿਉਂਕਿ ਅਨੁਭਵੀ ਗਿਆਨ ਹੈ ਉਹਦੇ ਕੋਲ। ਆਪਣੇ ਆਪ ਤੋਂ ਦਾ ਗਿਆਨ ਦਾ ਪ੍ਰਕਾਸ਼ ਹੋਇਆ, ਚਾਨਣ ਹੋਇਆ ਹੈ। ਨਿਸ ਦਿਨ ਅਨਾਸ, ਨਿਸ ਨਿਸ ਆਖਦੇ ਨੇ ਰਾਤ ਨੂੰ, ਰਾਤ ਅਤੇ ਦਿਨ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ, ਉਹ ਉਸੇ ਤਰ੍ਹਾਂ ਹੀ ਜਿਵੇਂ ਉਹ ਦਿਨ ਵਿੱਚ ਹੈ ਤੇ ਰਾਤ ਵਿੱਚ ਵੀ ਉਸੇ ਤਰ੍ਹਾਂ। ਹੁਣ ਮਨੁੱਖ ਦੇ ਹਾਲਾਤ ਬਦਲ ਜਾਂਦੇ ਨੇ, ਦਿਨ ਵਿੱਚ ਉਹ ਕਿਹੋ ਜਿਹਾ, ਰਾਤ ਵਿੱਚ ਉਹਦੀ ਵਿਚਾਰ ਕੁਛ ਹੋਰ ਹੈ। ਪਰ ਅਕਾਲ ਪੁਰਖ ਪਰਮਾਤਮਾ ਜਿਹੋ ਜਿਹਾ ਦਿਨ ਵਿੱਚ ਆ, ਉਹ ਜਿਹਾ ਰਾਤ ਹੈ, ਉਹ 'ਚ ਕੋਈ ਤਬਦੀਲੀ ਨਹੀਂ, ਕੋਈ ਬਦਲਾਵ ਨਹੀਂ। ਅਨਾਸ ਕਦੀ ਬਿਨਸਦਾ ਨਹੀਂ, ਨਾਸ਼ ਨਹੀਂ ਹੁੰਦਾ। ਦਿਨ ਰਾਤ ਉਹਨੇ ਬਣਾਏ ਨੇ, ਦਿਨ ਰਾਤ ਬਿਨਸ ਜਾਂਦੇ ਨੇ। ਵੇਖੋ ਜਦੋਂ ਦਿਨ ਹੁੰਦਾ ਤੇ ਆਖਰ ਜਦੋਂ ਸ਼ਾਮ ਸੰਧਿਆ ਹੁੰਦੀ, ਸ਼ਾਮ ਹੁੰਦੀ ਹੈ ਤੇ ਦਿਨ ਖਤਮ ਹੋ ਜਾਂਦਾ, ਮਿਟ ਜਾਂਦਾ, ਰਾਤ ਦਾ ਜਨਮ ਹੁੰਦਾ। ਇਸੇ ਤਰ੍ਹਾਂ ਜਦੋਂ ਫਿਰ ਸਵੇਰ ਹੁੰਦੀ ਹੈ, ਪਉ ਫਟਾਲਾ ਹੁੰਦਾ, ਉਹ ਵੀ ਉਹਨੂੰ ਵੀ ਸੰਧਿਆ ਹੀ ਕਹਿੰਦੇ ਨੇ। ਵੈਸੇ ਸੰਧਿਆ ਦਾ ਅਰਥ ਹੁੰਦਾ ਸੰਧੀ ਹੋਣਾ। ਜਿੱਥੇ ਦਿਨ ਅਤੇ ਰਾਤ ਦਾ ਮਿਲਾਪ ਹੁੰਦਾ ਉਹਨੂੰ ਕਹਿੰਦੇ ਨੇ ਸੰਧਿਆ, ਸੰਧੀ, ਮਿਲਾਪ ਹੋਣਾ। ਵੀ ਵੇਖੋ ਜਦੋਂ ਸ਼ਾਮ, ਜਦੋਂ ਆਪਾਂ ਸੰਧਿਆ ਸ਼ਬਦ ਵਰਤਦੇ ਹਾਂ, ਦਿਨ ਡੁੱਬ ਰਿਹਾ ਹੁੰਦਾ ਤੇ ਰਾਤ ਅਜੇ ਨਿਕਲੀ ਨਹੀਂ। ਸੂਰਜ ਡੁੱਬ ਰਿਹਾ ਹੁੰਦਾ ਤੇ ਰਾਤ ਅਜੇ ਚੜ੍ਹੀ ਨਹੀਂ, ਹਲਕਾ ਹਲਕਾ ਜਿਹਾ ਜੇ ਚਾਨਣਾ ਹੈ, ਇਹਨੂੰ ਕਹਿੰਦੇ ਨੇ ਸੰਧਿਆ। ਰਾਤ ਆਈ ਨਹੀਂ ਤੇ ਦਿਨ ਅਜੇ ਗਿਆ ਨਹੀਂ, ਇਹਨੂੰ ਕਹਿੰਦੇ ਨੇ ਸੰਧਿਆ। ਇਸੇ ਤਰ੍ਹਾਂ ਹੀ ਸਵੇਰੇ ਹੈ, ਜਦੋਂ ਰਾਤ ਖਤਮ ਹੋਣ ਲੱਗਦੀ ਹੈ, ਹਲਕਾ ਹਲਕਾ ਬਾਹਰ ਪ੍ਰਕਾਸ਼ ਹੋਇਆ ਹੁੰਦਾ, ਅਜੇ ਪੂਰਾ ਦਿਨ ਅਜੇ ਚੜ੍ਹਿਆ ਨਹੀਂ ਤੇ ਰਾਤ ਮੁੱਕੀ ਨਹੀਂ, ਉਹਨੂੰ ਵੀ ਸੰਧਿਆ ਹੀ ਕਹਿੰਦੇ ਨੇ। ਧੰਨ ਕਲਗੀਧਰ ਮਹਾਰਾਜ ਨੇ, ਪਰਮਾਤਮਾ ਰਾਤ ਅਤੇ ਦਿਨ ਵਿੱਚ ਵੀ ਇੱਕੋ ਜਿਹਾ ਹੈ, ਉਹ ਬਿਨਸਦਾ ਨਹੀਂ ਹੈ। ਦਿਨ ਰਾਤ ਬਿਨਸ ਜਾਂਦੇ ਹਨ। ਆ ਜਾਨ ਬਾ ਆ ਜਾਨ, ਅਕਾਲ ਪੁਰਖ ਪਰਮਾਤਮਾ ਜਿਹੜਾ ਨਾ, ਉਹਦੀਆਂ ਜਿਹੜੀਆਂ ਬਾਹਾਂ ਨੇ ਉਹ ਗੋਡਿਆਂ ਤੱਕ ਨੇ, ਲੰਮੀਆਂ ਬਾਹਾਂ ਵਾਲਾ। ਉਹਦੀਆਂ ਬਾਹਾਂ ਦੀ ਪਹੁੰਚ ਬੜੀ ਦੂਰ ਤੱਕ ਹੈ। ਬੰਦੇ ਦੀ ਬਾਹਾਂ ਦੀ ਜਿਹੜੀ ਪਹੁੰਚ ਹੈ ਨਾ, ਉਹ ਕੁਝ ਦੂਰੀ ਤੱਕ ਹੈ। ਪਰ ਅਕਾਲ ਪੁਰਖ ਪਰਮਾਤਮਾ ਦੀਆਂ ਜਿਹੜੀਆਂ ਬਾਹਾਂ ਨੇ ਨਾ, ਉਹਦੀ ਪਹੁੰਚ ਬੜੀ ਦੂਰ ਤੱਕ ਹੈ। ਬੰਦੇ ਦੀ ਪਹੁੰਚ ਇੰਨੀ ਨਹੀਂ ਜਿੰਨੀ ਪਰਮਾਤਮਾ ਦੀ ਪਹੁੰਚ ਹੈ। ਸ਼ਾਹਾਨ ਸ਼ਾਹ, ਉਹ ਸ਼ਾਹਾਂ ਦਾ ਸ਼ਾਹ ਹੈ, ਸ਼ਹਿਨਸ਼ਾਹ ਹੈ। ਉਹਦੇ ਵਰਗਾ ਹੋਰ ਕੋਈ ਸ਼ਾਹ ਨਹੀਂ ਦੁਨੀਆ ਦੇ ਵਿੱਚ।
ਰਾਜਾਨ ਰਾਜ, ਉਹਦੇ ਵਰਗਾ ਕੋਈ ਰਾਜਾ ਵੀ ਨਹੀਂ, ਉਹ ਰਾਜਿਆਂ ਦਾ ਰਾਜਾ ਹੈ। ਪਾਨਾਨ ਭਾਨ, ਉਹ ਸੂਰਜਾਂ ਦਾ ਸੂਰਜ ਹੈ, ਸੂਰਜ ਨੂੰ ਵੀ ਚਾਨਣ ਦੇਣ ਵਾਲਾ ਹੈ। ਦੇਵਾਨ ਦੇਵ, ਵੱਡੇ ਵੱਡੇ ਦੇਵਤੇ ਉਹਦੀ ਪੂਜਾ ਕਰਦੇ ਨੇ। ਉਪਮਾ ਮਹਾਨ, ਉਹਦੀ ਵਡਿਆਈ ਬੜੀ ਵੱਡੀ ਹੈ, ਮਹਾਨ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਇੰਦਰਾਣ ਇੰਦਰ, ਸਾਰੇ ਦੇਵਤਿਆਂ ਦਾ ਵੱਡਾ ਰਾਜਾ ਹੋਇਆ ਇੰਦਰ, ਸਾਰਿਆਂ ਦਾ ਵੱਡਾ ਰਾਜਾ ਇੰਦਰ। ਤੇ ਇੰਦਰ ਦਾ ਵੀ ਰਾਜਾ ਜਿਹੜਾ ਅਕਾਲ ਪੁਰਖ, ਰਾਜਿਆਂ ਦਾ ਰਾਜਾ ਅਕਾਲ ਪੁਰਖ, ਦੇਵਤਿਆਂ ਦਾ ਰਾਜਾ ਇੰਦਰ। ਤੇ ਇੰਦਰ ਦਾ ਵੀ ਇੱਕ ਵੱਡਾ ਮਾਲਕ ਹੈ, ਉਹ ਹੈ ਅਕਾਲ ਪੁਰਖ, ਉਹਨੂੰ ਇੰਦਰਾਨ ਆਖਿਆ। ਕਿ ਇੰਦਰ ਵਰਗਾ ਦੇਵਤਾ ਜਿਹੜਾ ਸਾਰਿਆਂ ਦੇਵਤਿਆਂ ਦਾ ਮਾਲਕ ਹੈ, ਉਹਦਾ ਵੀ ਮਾਲਕ ਪਰਮਾਤਮਾ ਹੈ। ਬਾਲਾਨ ਬਾਲ, ਉਹ ਅਕਾਲ ਪੁਰਖ ਬੜਾ ਹੀ ਉੱਚਾ ਹੈ, ਬੜਾ ਹੀ ਮਹਾਨ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਹ ਸਿਆਣਿਆਂ ਵਿੱਚ ਵੀ ਹੈ ਤੇ ਉਹ ਮੂਰਖਾਂ ਵਿੱਚ ਵੀ ਹੈ। ਰੰਕਾਨ ਰੰਕ, ਰੰਕਾਨ ਰੰਕ, ਗਰੀਬਾਂ ਤੋਂ ਗਰੀਬ, ਅਕਾਲ ਪੁਰਖ ਗਰੀਬਾਂ ਤੋਂ ਗਰੀਬ ਵੀ ਹੈ। ਕਿਉਂ? ਉਹਦਾ ਵਾਸਾ ਗਰੀਬਾਂ ਵਿੱਚ ਵੀ ਹੈ, ਉਹ ਕੇਵਲ ਅਮੀਰਾਂ ਵਿੱਚ ਹੀ ਨਹੀਂ, ਗਰੀਬਾਂ ਵਿੱਚ ਵੀ ਵਸਦਾ ਹੈ। ਕਾਲਾਨ ਕਾਲ, ਉਹ ਕਾਲ ਦਾ ਵੀ ਕਾਲ ਹੈ, ਭਾਵ ਮੌਤ ਦਾ ਵੀ ਮੌਤ ਹੈ। ਜਿਹੜੀ ਮੌਤ ਸਾਰਿਆਂ ਨੂੰ ਖਤਮ ਕਰ ਦਿੰਦੀ ਹੈ, ਅਕਾਲ ਪੁਰਖ ਉਸੇ ਮੌਤ ਨੂੰ ਵੀ ਖਤਮ ਕਰ ਸਕਦਾ। ਕਾਲਾਂ ਦਾ ਵੀ ਕਾਲ ਹੈ। ਅਨਭੂਤ ਅੰਗ, ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਅੰਗ ਹੈ, ਸਰੀਰ ਹੈ, ਉਹ ਇਹ ਪੰਜ ਤੱਤਾਂ ਤੋਂ ਰਹਿਤ ਹੈ, ਪੰਜ ਤੱਤਾਂ ਤੋਂ ਨਹੀਂ ਹੈ। ਆਬਾ ਅਭੰਗ, ਆਬਾ ਆਖਦੇ ਨੇ ਪ੍ਰਕਾਸ਼ ਨੂੰ, ਅਭੰਗ ਕਦੀ ਨਾਸ਼ ਨਾ ਹੋਣ ਵਾਲਾ। ਅਕਾਲ ਪੁਰਖ ਦਾ ਜਿਹੜਾ ਪ੍ਰਕਾਸ਼ ਹੈ ਉਹ ਕਦੀ ਨਾਸ਼ ਨਹੀਂ ਹੁੰਦਾ, ਕਦੀ ਬਿਨਸਦਾ ਨਹੀਂ, ਉਹ ਪ੍ਰਕਾਸ਼ ਸਦੀਵ ਕਾਲ ਲਈ ਰਹਿਣ ਵਾਲਾ ਹੈ। ਗਤ ਮਿਤ ਅਪਾਰ, ਗਤ ਦਾ ਅਰਥ ਹੁੰਦਾ ਹੈ ਹਾਲਤ, ਮਿਤ ਦਾ ਅਰਥ ਹੈ ਮਾਪਣਾ, ਮਿਣਤੀ ਕਰਨਾ। ਅਕਾਲ ਪੁਰਖ ਪਰਮਾਤਮਾ ਦੀ ਅਵਸਥਾ ਨੂੰ ਕੋਈ ਬੰਦਾ ਮਿਣ ਨਹੀਂ ਸਕਦਾ, ਉਹਦੀ ਹਾਲਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਮਿਣਤੀ ਨਹੀਂ ਕੀਤੀ ਜਾ ਸਕਦੀ। ਗੁਣ ਗਨ ਉਦਾਰ, ਉਹ ਗੁਣਾਂ ਦਾ ਸਮੂਹ ਹੈ ਤੇ ਖੁੱਲੇ ਦਿਲ ਦਾ ਮਾਲਕ ਹੈ। ਮੁਨ ਗਨ ਪ੍ਰਣਾਮ, ਮੁਨ ਦਾ ਅਰਥ ਹੈ ਰਿਸ਼ੀ, ਵੱਡੇ ਵੱਡੇ ਰਿਸ਼ੀ ਲੋਕ, ਉਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੂੰ ਨਮਸਕਾਰਾਂ ਕਰਦੇ ਨੇ, ਸੀਸ ਝੁਕਾਉਂਦੇ ਨੇ ਉਹਦੇ ਅੱਗੇ। ਨਿਰਭੈ ਨਿਕਾਮ, ਅਕਾਲ ਪੁਰਖ ਨਿਰਭੈ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਨਿਕਾਮ, ਉਹਨੂੰ ਕੋਈ ਕਾਮਨਾ ਵੀ ਨਹੀਂ ਹੈ। ਅਤ ਦੁੱਤ ਪ੍ਰਚੰਡ, ਅਤ ਦਾ ਅਰਥ ਹੁੰਦਾ ਹੈ ਕਿ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ ਪਰਮੇਸ਼ਰ, ਉਹ ਉਹਦਾ ਜਿਹੜਾ ਤੇਜ ਪ੍ਰਤਾਪ ਹੈ। ਦੁੱਤ ਪ੍ਰਚੰਡ, ਪ੍ਰਚੰਡ ਦਾ ਅਰਥ ਹੈ ਵੀ ਬੜਾ ਹੀ ਤੇਜ। ਅਤ ਦੁੱਤ ਪ੍ਰਚੰਡ, ਜਿਹੜਾ ਸਹਿ ਨਹੀਂ ਕੀਤਾ ਜਾ ਸਕਦਾ, ਅਸਹਿ ਪ੍ਰਕਾਸ਼। ਜਿਵੇਂ ਸੂਰਜ ਨਿਕਲਦਾ ਤੇ ਬੰਦੇ ਦੀਆਂ ਅੱਖਾਂ ਵੇਖ ਨਹੀਂ ਸਕਦੀਆਂ ਨਾ ਸੂਰਜ ਨੂੰ, ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਹੈ ਵੀ ਉਹਦਾ ਜਿਹੜਾ ਪ੍ਰਕਾਸ਼ ਹੈ ਬੜਾ ਹੀ ਤੇਜ ਹੈ, ਸਹਿ ਨਹੀਂ ਕੀਤਾ ਜਾ ਸਕਦਾ, ਅਤ ਦਾ ਤੇਜ ਹੈ। ਮਿਤ ਗਤ ਅਖੰਡ, ਮਿਤ ਮਿਣਿਆ ਨਹੀਂ ਜਾ ਸਕਦਾ, ਗਤ ਉਹਦੀ ਹਾਲਤ ਨੂੰ, ਅਖੰਡ ਹੈ, ਜਿਹੜਾ ਕਦੀ ਨਾਸ਼ ਨਹੀਂ ਹੁੰਦਾ, ਸਦੀਵ ਰਹਿਣ ਵਾਲਾ ਹੈ। ਅਖੀਰਲਾ ਇਹ ਪਾਵਨ ਬਚਨ ਹੈ ਆਲਿਸਯ ਕਰਮ, ਆਲਿਸਯ, ਉਹਦੇ ਕਰਮ ਜਿਹੜੇ ਹਨ ਉਹ ਆਲਸ ਵਰਗੇ ਹਨ, ਭਾਵ ਉਹਨੂੰ ਆਪਣੇ ਕੰਮ ਕਰਨ ਦੇ ਵਿੱਚ ਕੋਈ ਉਦਮ ਕਰਨ ਦੀ ਲੋੜ ਨਹੀਂ ਪੈਂਦੀ। ਜਿਵੇਂ ਸਾਨੂੰ ਉਦਮ ਕਰਨ ਦੀ ਲੋੜ ਪੈਂਦੀ ਹੈ, ਮਿਹਨਤ ਕਰਨ ਦੀ ਲੋੜ ਪੈਂਦੀ ਹੈ, ਰੱਬ ਨੂੰ ਕੋਈ ਉਦਮ ਕਰਨ ਦੀ ਲੋੜ ਨਹੀਂ ਪੈਂਦੀ। ਉਹਦੇ ਜਿਹੜੇ ਕਾਰਜ ਹਨ ਸੁੱਤੇ ਸਿੱਧ ਹੋ ਰਹੇ ਹਨ। ਜਿਵੇਂ ਕੋਈ ਬੰਦਾ ਅੱਜ ਕੱਲ੍ਹ ਕੰਪਿਊਟਰ ਦੇ ਉੱਤੇ ਵੇਖਦੇ ਹਾਂ ਮਸ਼ੀਨਰੀਆਂ ਚੱਲਦੀਆਂ ਨਾ, ਤੇ ਇੱਕ ਵਾਰ ਬੰਦਾ ਚਲਾ ਕੇ ਤੇ ਫਿਰ ਆਰਾਮ ਕਰਦਾ ਵੀ ਆਪੇ ਹੀ ਚੱਲੀ ਜਾਂਦੀ। ਹੁਣ ਬੰਦੇ ਨੂੰ ਤਾਂ ਫਿਰ ਵੀ ਉਹ ਕੰਪਿਊਟਰ ਦੇ ਵਿੱਚ ਇੱਕ ਵਾਰੀ ਐਡ ਕਰਨਾ ਪੈਂਦਾ ਵੀ ਇੰਨਾ ਸਮਾਂ, ਇੰਨਾ, ਜਾਂ ਜਿੰਨਾ ਸਮਾਂ ਉਹ ਐਨਰਜੀ ਹੋਵੇਗੀ, ਲਾਈਟ ਹੋਵੇਗੀ, ਜਾਂ ਜਿੰਨਾ ਚਿਰ ਤੇਲ ਹੋਵੇਗਾ ਉਹਨਾਂ ਚਿਰ ਚੱਲਣਾ। ਪਰ ਪਰਮਾਤਮਾ ਨੂੰ ਕੋਈ ਵੀ ਇਸ ਤਰ੍ਹਾਂ ਸਮਾਂ ਨਹੀਂ ਲਾਉਣਾ ਪੈਂਦਾ, ਉਹ ਆਪੇ ਹੀ ਸੁੱਤੇ ਸਿੱਧ ਹੀ ਕਾਰਜ ਹੋ ਰਹੇ ਹਨ। ਇਸ ਕਰਕੇ ਦੋ ਸ਼ਬਦ ਬੜੇ ਪਿਆਰੇ ਆਉਂਦੇ ਨੇ ਬਾਣੀ ਦੇ ਵਿੱਚ, ਇੱਕ ਆਉਂਦਾ ਬੇਪਰਵਾਹ ਤੇ ਇੱਕ ਹੁੰਦਾ ਲਾਪਰਵਾਹ।
ਇਹ ਸੁਣਨ ਵਿੱਚ ਇੱਕੋ ਜਿਹੇ ਲੱਗਦੇ ਨੇ ਵੀ ਲਾਪਰਵਾਹ ਤੇ ਬੇਪਰਵਾਹ। ਲਾਪਰਵਾਹ ਤੇ ਬੇਪਰਵਾਹ ਦੇ ਵਿੱਚ ਫਰਕ ਇੰਨਾ ਕੁ ਹੈ ਵੀ ਜਿਹੜਾ ਬੇਪਰਵਾਹ ਹੈ, ਬੇਪਰਵਾਹ ਹੁੰਦਾ ਜਿਹਦੇ ਕਾਰਜ ਆਪੇ ਹੋ ਰਹੇ ਨੇ, ਜਿਹਨੂੰ ਚਿੰਤਾ ਨਹੀਂ। ਤੇ ਲਾਪਰਵਾਹ ਹੁੰਦਾ ਜਿਹੜਾ ਕੰਮ ਕਰੇ ਨਾ, ਜਿਹੜਾ ਕੰਮ ਕਰੇ ਨਾ, ਆਪਣੀ ਜ਼ਿੰਮੇਵਾਰੀ ਨੂੰ ਸੰਭਾਲੇ ਨਾ, ਉਹਨੂੰ ਕਹਿੰਦੇ ਨੇ ਲਾਪਰਵਾਹ, ਵੀ ਜਿਹਨੂੰ ਆਪਣੀ ਜ਼ਿੰਮੇਵਾਰੀਆਂ ਦਾ ਪਤਾ ਹੀ ਨਹੀਂ। ਤੇ ਬੇਪਰਵਾਹ ਉਹ ਵੀ ਜਿਹਦੇ ਕਾਰਜ ਹੋ ਰਹੇ ਨੇ, ਜਿਹਨੂੰ ਚਿੰਤਾ ਨਹੀਂ। ਆਪਾਂ ਕਈ ਵਾਰੀ ਕਹਿ ਦਿੰਦੇ ਮਾਲਕ ਆਪੇ ਹੀ ਕਾਰਜ ਕਰੀ ਜਾ ਰਿਹਾ, ਸਾਨੂੰ ਕਰਨ ਦੀ ਲੋੜ ਹੀ ਨਹੀਂ, ਵੀ ਮਾਲਕ ਕਰੀ ਜਾ ਰਿਹਾ, ਕਰਾਈ ਜਾ ਰਿਹਾ। ਤੇ ਇੱਕ ਉਹ ਜਿਹੜੇ ਲਾਪਰਵਾਹ ਨੇ, ਜਿਨ੍ਹਾਂ ਕਰਨਾ ਕੁਛ ਨਹੀਂ। ਤੇ ਐਸੇ ਮਨੁੱਖ ਜਿਹੜੇ ਹਨ ਫਿਰ ਬਾਅਦ ਵਿੱਚ ਪਛਤਾਉਂਦੇ ਹਨ। ਰੱਬ ਨੂੰ ਪਛਤਾਉਣਾ ਨਹੀਂ ਪੈਂਦਾ, ਕਿਉਂ? ਉਹਦੇ ਕਾਰਜ ਸੁੱਤੇ ਸਿੱਧ ਹੋ ਰਹੇ ਹਨ। ਆਦ੍ਰਿਸ਼ਯ ਧਰਮ, ਧਰਮ ਦਾ ਅਰਥ ਹੈ ਫਰਜ਼। ਪਰਮਾਤਮਾ ਦਿਸਦਾ ਨਹੀਂ, ਪਰ ਨਾ ਦਿਸਦਾ ਹੋਇਆ ਵੀ ਆਪਣੇ ਫਰਜ਼ਾਂ ਨੂੰ ਨਿਭਾਈ ਜਾ ਰਿਹਾ। ਜੀਵਾਂ ਨੂੰ ਭੋਜਨ ਦੇ ਰਿਹਾ, ਪਾਲਣਾ ਕਰ ਰਿਹਾ, ਸੰਭਾਲ ਕਰ ਰਿਹਾ। ਸਰਬਾ ਪਰਨਾਢ్య, ਸਰਬਾ ਸਾਰੇ ਜਿੰਨੇ ਵੀ ਗਹਿਣੇ ਹਨ ਅਕਾਲ ਪੁਰਖ ਨੇ ਮਨ ਨੂੰ ਪਾਏ ਹੋਏ ਹਨ, ਸਾਰੇ ਭੂਖਣ ਅਕਾਲ ਪੁਰਖ ਪਾ ਸਕਦਾ ਹੈ। ਸਾਰੇ ਦੇ ਸਾਰੇ ਜਿੰਨੇ ਭੂਖਣ ਹਨ ਉਹਨੇ ਮਾਨੋ ਉਹ ਸਾਰੇ ਪਾਏ ਹੋਏ ਨੇ। ਭਾਵ ਉਹ ਸੁੰਦਰਤਾ ਦੀ ਇੱਕ ਵਿਲੱਖਣ ਦਾਤ ਹੈ ਪਰਮਾਤਮਾ। ਉਹਦੇ ਵਰਗੀ ਸੁੰਦਰਤਾ ਖੂਬਸੂਰਤੀ ਨਹੀਂ ਹੈ। ਅਨ ਡੰਡ ਬਾਢੇ, ਅਨ ਡੰਡ, ਪਰਮਾਤਮਾ ਨੂੰ ਡੰਡ ਨਹੀਂ ਦਿੱਤਾ ਜਾ ਸਕਦਾ, ਭਾਵ ਉਹਨੂੰ ਸਜ਼ਾ ਨਹੀਂ ਲਾਈ ਜਾ ਸਕਦੀ। ਉਹ ਐਸਾ ਮਹਾਨ ਮਾਲਕ ਹੈ, ਉਹਨੂੰ ਕੋਈ ਅੱਜ ਤੱਕ ਡੰਡ ਨਹੀਂ ਦੇ ਸਕਿਆ, ਕੋਈ ਸਜ਼ਾ ਨਹੀਂ ਦੇ ਸਕਿਆ। ਕਿਉਂ? ਉਹ ਇਹੋ ਜਿਹੇ ਕੰਮ ਕਰਦਾ ਹੀ ਨਹੀਂ ਜਿਹਦੇ ਨਾਲ ਉਹਨੂੰ ਸਜ਼ਾ ਦਿੱਤੀ ਜਾਵੇ। ਉਹ ਤਾਂ ਸਾਰੀ ਕਾਇਨਾਤ ਨੂੰ, ਸ੍ਰਿਸ਼ਟੀ ਨੂੰ ਆਪ, ਜਿੱਥੇ ਲੋਕਾਈ ਚੰਗੇ ਕੰਮ ਕਰਦੀ ਉਹਨਾਂ ਨੂੰ ਮਾਲਕ ਰਹਿਮਤਾਂ ਨਾਲ ਨਵਾਜਦਾ ਵੀ, ਤੇ ਜਿੱਥੇ ਲੋਕਾਈ ਗਲਤ ਕੰਮ ਕਰਦੀ ਹੈ ਉਹਨਾਂ ਨੂੰ ਪ੍ਰੇਰਨ ਵਾਸਤੇ ਉਹਨਾਂ ਨੂੰ ਸਜ਼ਾਵਾਂ ਵੀ ਦਿੰਦਾ ਹੈ। ਤਾਂ ਇੱਕ ਅਕਾਲ ਪੁਰਖ ਹੀ ਹੈ ਜਿਹੜਾ ਨਿਆਂ ਕਰਦਾ ਹੈ ਸੰਸਾਰ ਦੇ ਅੰਦਰ। ਆਪ ਹੀ ਉਹ ਜੀਵਾਂ ਨੂੰ ਸਜ਼ਾ ਵੀ ਦਿੰਦਾ ਹੈ, ਆਪ ਹੀ ਉਹ ਜੀਵਾਂ ਨੂੰ ਬਖਸ਼ਦਾ ਵੀ ਹੈ, ਰਹਿਮਤਾਂ ਬਖਸ਼ਿਸ਼ਾਂ ਵੀ ਕਰਕੇ ਨਵਾਜਦਾ ਹੈ। ਪਾਪੀਆਂ ਨੂੰ ਦੰਡ ਦਿੰਦਾ ਹੈ ਤੇ ਮਾਲਕ ਦੇ ਚਰਨਾਂ ਨਾਲ ਜੁੜਿਆਂ ਹੋਇਆਂ ਨੂੰ ਉਹ ਉਹਨਾਂ ਦੀ ਰੱਖਿਆ ਵੀ ਕਰਦਾ ਹੈ। ਸੋ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਮਹਾਨ ਹੈ, ਬੇਅੰਤ ਹੈ। ਉਹਦੇ ਅੱਗੇ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ, ਤੁਹਾਡੀ ਸਿਫਤ ਕਰੀਏ, ਤੁਹਾਡੇ ਦੱਸੇ ਰਾਹ 'ਤੇ ਚੱਲੀਏ, ਤਾਂ ਜੋ ਸਾਡਾ ਜੀਵਨ ਸਫਲਾ ਹੋ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ